ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੋ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਜੁੜੀਏ ਪਾਵਨ ਗੁਰ ਇਤਿਹਾਸ ਦੇ ਨਾਲ। ਸੋ ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜੋ ਭਾਈ ਸੱਜਣ ਸੱਚ ਸੀ, ਉਹਨੂੰ ਰਾਜੇ ਹਰੀਪੁਰ ਰਾਜੇ ਦੀ ਰਾਣੀ ਜਿਹੜੀ ਝੱਲੀ ਹੋ ਗਈ ਸੀ, ਕੰਬਲੀ ਹੋ ਗਈ ਸੀ, ਉਹਨੂੰ ਮਹਾਰਾਜ ਸਾਹਿਬ ਜੀ ਨੇ ਤੰਦਰੁਸਤ ਕਰਕੇ ਠੀਕ ਕਰਕੇ ਤਾਂ ਉਹ ਸੱਚਨ ਸੱਚ ਦੀ ਘਰ ਵਾਲੀ ਬਣਾ ਕੇ, ਪਤਨੀ ਬਣਾ ਕੇ, ਤੇ ਉਹਨਾਂ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਵੀ ਜਾਓ, ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਨਾਲ ਮਹਾਰਾਜ ਸਾਹਿਬ ਜੀ ਨੇ ਆਪਣਾ ਉਹ ਜਿਹੜਾ ਜੋੜਾ ਸੀ ਉਹ ਵੀ ਦਿੱਤਾ। ਉਹ ਜੋੜਾ ਹੁਣ ਉੱਥੇ ਦੁਲਚੀਪੁਰ ਪਿੰਡ ਹੈ, ਇੱਥੇ ਸ਼ੇਖੂਪੁਰਾ ਲਿਖਿਆ ਹੈ, ਸੇਖੋਪੁਰ ਲਿਖਿਆ ਹੈ। ਪਰ ਸਾਡਾ ਪਰਿਵਾਰ ਵੀ ਜਾ ਕੇ ਆਇਆ ਸੀ, ਹੋਰ ਵੀ ਸੰਗਤ ਜਾ ਕੇ ਆਈ ਸੀ। ਉਸ ਪਿੰਡ ਦਾ ਨਾਂ ਉਹਨਾਂ ਕੱਲ੍ਹ ਪਰਸੋਂ ਅਜੇ ਦੱਸਿਆ ਮੈਨੂੰ ਘਰਦਿਆਂ ਨੇ ਵੀ ਦੁਲਚੀਪੁਰ ਹੈ ਉਹਦਾ ਨਾਂ। ਚਲੋ ਖੈਰ, ਸ੍ਰੀ ਫਿਰੋਜ਼ਪੁਰ ਸਾਹਿਬ ਦੇ ਨੇੜੇ ਚੱਲ ਜਾਈਏ ਤੇ ਮਿਲ ਹੀ ਜਾਂਦਾ ਹੈ। ਮਸ਼ਹੂਰ ਹੁੰਦਾ ਇਹੋ ਜਿਹਾ ਨਗਰ, ਇਤਿਹਾਸਕ ਨਗਰ। ਰੋ ਵਿਚਾਰ ਇਹ ਪ੍ਰਸੰਗ ਪੂਰਾ ਹੋਇਆ ਸੀ ਤੇ ਹੁਣ ਕਵੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਿਮਾ ਵਰਣਨ ਕਰ ਰਹੇ ਸਨ ਕਿ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ। ਮਹਾਰਾਜ ਸਾਹਿਬ ਜੀ ਅਲੂਣਾ ਦਲੀਆ ਛਕਦੇ ਨੇ, ਭਾਵ ਕਿ ਦਲੀਏ ਦੇ ਵਿੱਚ ਕੁਝ ਵੀ ਨਹੀਂ ਪਾਉਣਾ, ਨਾ ਗੁੜ ਤੇ ਨਾ ਸ਼ੱਕਰ ਤੇ ਨਾ ਲੂਣ। ਅਲੂਣਾ ਦਲੀਆ ਛਕਦੇ ਨੇ ਮਹਾਰਾਜ ਸਾਹਿਬ ਜੀ। ਅਤੇ ਸੰਗਤਾਂ ਵਾਸਤੇ ਜਿਹੜਾ ਕੋਈ ਆਉਂਦਾ ਜਾਂਦਾ ਆਉਣ ਜਾਣ ਵਾਲਾ ਉਹਨਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਨੇ ਉੱਥੇ ਲੰਗਰ ਦੇ ਵਿੱਚ। ਲੰਗਰ ਦੀ ਮਹਾਨਤਾ ਮਹਾਰਾਜ ਸਾਹਿਬ ਜੀ ਨੇ ਦਰਸਾਉਂਦਿਆਂ ਹੋਇਆਂ ਇਹ ਬਚਨ ਬਹੁਤ ਵਾਰ ਕੀਤਾ ਹੈ। ਸਤਿਗੁਰੂ ਵਿਸ਼ੇਸ਼ ਕਰਕੇ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਭਈ ਸਾਡੇ ਦਰਸ਼ਨ ਕਰਨੇ ਆ। ਹੁਣ ਜੋ ਤੋਹਾ ਜੁਗਤ ਸਾਹਿਤ ਸਹਿ ਕਾਇ ਫਿਰ ਪਲਟੀ ਹੈ। ਜ਼ਰੂਰੀ ਨਹੀਂ ਕਿ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ ਅਤੇ ਪਹਿਲੋਂ ਹਰਿਮੰਦਰ ਸਾਹਿਬ ਵੀ ਜਾ ਕੇ ਨਮਸਕਾਰ ਕਰਨੀ ਹੈ, ਪਹਿਲੋਂ ਪ੍ਰਸ਼ਾਦ ਹੀ ਕਰਾਉਣਾ, ਪਹਿਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੀ ਜਾਣਾ। ਨਹੀਂ, ਉੱਥੇ ਵੀ ਉਹ ਮਰਜ਼ਾਦਾ ਹੈ ਸ੍ਰੀ ਗੋਇੰਦਵਾਲ ਸਾਹਿਬ ਵਾਲੀ। ਉੱਥੇ ਵੀ ਸਾਨੂੰ ਲੰਗਰ ਦੇ ਵਿੱਚ ਪਹਿਲੋਂ ਹਾਜ਼ਰੀ ਲਵਾਉਣੀ ਚਾਹੀਦੀ ਹੈ। ਇਸ ਕਰਕੇ ਗੁਰੂ ਕੀ ਸੰਗਤ, ਸਤਿਗੁਰਾਂ ਦਾ ਇਹ ਬਚਨ ਸਾਨੂੰ ਮੰਨ ਲੈਣਾ ਚਾਹੀਦਾ। ਗੁਰੂ ਕੀ ਸੰਗਤ, ਇਹ ਮਹਾਰਾਜ ਸਾਹਿਬ ਜੀ ਨੇ ਅੱਜ ਵੀ ਕੱਲ੍ਹ ਵੀ ਇਸ ਕਥਾ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਹਾਰਾਜ ਸਾਹਿਬ ਜੀ ਨੇ ਪੱਕੀ ਕੀਤੀ ਹੈ ਆਪਣੇ ਸਿੱਖਾਂ ਨੂੰ, ਸੰਗਤਾਂ ਨੂੰ, ਸਾਰਿਆਂ ਨੂੰ ਹੀ। ਉਪਦੇਸ਼ 4 ਵਰਨਾਂ ਕੋ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਤਾਂ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਅੱਗੇ ਕਿਵੇਂ ਕਵੀ ਜੀ ਅੰਕਿਤ ਕਰਦੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਚਹਿ ਉਹ ਗਰਾ ਹੋਏ ਅਲੂਨਾ, ਸੋ ਪੀ ਤਨਕ ਉਦਰ ਰਹਿ ਊਨਾ। ਅਚਹਿ ਉਹ ਗਰਾ ਹੋਏ ਅਲੂਨਾ, ਸੋ ਪੀ ਤਨਕ ਉਦਰ ਰਹਿ ਊਨਾ। ਆਪ ਨਿਮਕ ਤੋਂ ਬਿਨਾਂ, ਸਾਲਟ ਤੋਂ ਬਿਨਾਂ, ਲੂਣ ਤੋਂ ਬਿਨਾਂ ਦਲੀਆ ਮਹਾਰਾਜ ਸਾਹਿਬ ਜੀ ਛਕਦੇ ਨੇ। ਉਹ ਵੀ ਊਣਾ ਪੇਟ ਰੱਖ ਕੇ, ਭਾਵ ਕੇ ਭੁੱਖ ਰੱਖ ਕੇ, ਜਿਹਨੂੰ ਕਹਿ ਦਈਏ ਨਾ ਭੁੱਖ ਰੱਖ ਕੇ। ਤਾਂ ਇਹ ਨਹੀਂ ਵੀ ਸੋ ਬਹੁਤਾ ਹੀ ਪ੍ਰਸ਼ਾਦਾ ਛਕੀ ਜਾਣਾ, ਜੇ ਸਵਾਦ ਬਣ ਗਿਆ ਅਤੇ ਉਹ ਬਹੁਤਾ ਹੀ ਛਕੀ ਜਾਣਾ ਹੈ। ਨਹੀਂ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਥੋੜ੍ਹਾ, ਭਾਈ ਗੁਰਦਾਸ ਜੀ ਕਹਿੰਦੇ ਨੇ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਸੋ ਪੇਟ ਊਣਾ ਰੱਖ ਕੇ ਬਹੁਤ ਥੋੜ੍ਹਾ ਅਲੂਣਾ ਦਲੀਆ ਛਕਦੇ ਨੇ ਸਤਿਗੁਰੂ ਜੀ। ਸੰਗਤ ਖਟ ਰਸ ਖਾਏ ਆਹਾਰਾ, ਸੰਗਤ ਕਈ ਪ੍ਰਕਾਰ ਦਾ ਸਵਾਦੀ ਭੋਜਨ ਜਿਹੜਾ ਸੰਗਤਾਂ ਵਾਸਤੇ ਬਣਦਾ ਹੈ।
ਮਦਰ ਤੁਰਸ਼ ਜੇ ਅਨਕ ਪ੍ਰਕਾਰ ਆ। ਖੱਟੇ ਮਿੱਠੇ ਪਦਾਰਥ ਜਿਹੜੇ ਨੇ ਉਹ ਲੰਗਰ ਦੇ ਵਿੱਚ ਬਣਦੇ ਨੇ ਤਰ੍ਹਾਂ ਤਰ੍ਹਾਂ ਦੇ। ਤਬ ਤੇ ਲੰਗਰ ਵਰਤ ਰਹਿ। ਹਰ ਵੇਲੇ ਭੋਜਨ ਜਿਹੜਾ ਉਹ ਵਰਤਦਾ, ਪ੍ਰਸ਼ਾਦਾ ਲੰਗਰ ਜਿਹੜਾ ਉਹ ਵਰਤਦਾ ਰਹਿੰਦਾ ਹੈ। ਆਨ ਅਚੇ ਭੋਜਨ ਜੋ ਚਾਹੈ। ਜੋ ਵੀ ਕੋਈ ਚਾਹੁੰਦਾ ਹੈ ਆਣ ਕੇ ਪ੍ਰਸ਼ਾਦਾ ਜਦੋਂ ਮਰਜ਼ੀ ਛਕ ਲਵੇ। ਨਾ ਕਿਸੂ ਹੂੰ ਹਟਕਾਰ ਨ ਹੋਏ। ਕਿਸੇ ਨੂੰ ਵੀ ਕੋਈ ਰੋਕਦਾ ਨਹੀਂ। ਜਿਵੇਂ ਪਾਤਸ਼ਾਹ ਦੇ ਬਚਨ ਨੇ, ਕਬੀਰ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਕਬੀਰ ਜਿਸ ਦਰ ਆਵਤ ਜਾਤ ਹੋ ਹਟ ਕੇ ਨਾਹੀ ਕੋਏ। ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕੋਈ ਦਰ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਲੰਗਰ ਦੇ ਵਿੱਚੋਂ ਨਹੀਂ ਕੋਈ ਰੋਕਦਾ। ਕੋਈ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਜਿਹੜਾ ਜਾਂਦਾ ਉਹਨੂੰ ਨਹੀਂ ਕੋਈ ਰੋਕਦਾ, ਭਈ ਨਹੀਂ ਰੁਕ ਜਾ, ਥੋੜ੍ਹਾ ਸਮਾਂ ਫੇਰ ਆਵੀਂ, ਅਜੇ ਪ੍ਰਸ਼ਾਦਾ ਨਹੀਂ ਤਿਆਰ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਦੇ ਜਦੋਂ 14 ਲੰਗਰ ਸਨ ਸ੍ਰੀ ਅਨੰਦਪੁਰ ਸਾਹਿਬ, ਅਤੇ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਭੇਸ ਬਦਲ ਕੇ ਅਤੇ ਲੰਗਰਾਂ ਦੀ ਪਰਖ ਕੀਤੀ, ਜਿਹਦੇ ਵਿੱਚੋਂ ਭਾਈ ਨੰਦ ਲਾਲ ਜੀ ਦੇ ਲੰਗਰ ਜਿਹੜਾ ਸੀ ਉਹ ਪਾਸ ਹੋਇਆ। ਤਾਂ ਸਵੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਦੇ ਵਿੱਚ ਭਾਈ ਨੰਦ ਲਾਲ ਜੀ ਨੂੰ, ਗੁਰੂ ਕੀ ਸੰਗਤ, ਮਹਾਰਾਜ ਸਾਹਿਬ ਜੀ ਨੇ ਕਿਹਾ ਇਹ ਸਾਡਾ ਦਾਤਾ ਹੈ। ਦੇਖੋ ਗੁਰੂ ਕੀ ਸੰਗਤ, ਇੱਕ ਸਿੱਖ ਨੂੰ, ਇੰਨਾ ਪਿਆਰਾ ਸਿੱਖ ਭਾਈ ਨੰਦ ਲਾਲ ਜੀ, ਉਹਨੂੰ ਕਿਹਾ ਸਾਡਾ ਦਾਤਾ ਹੈ, ਇੱਕ ਸਿੱਖ ਨੂੰ ਕਿਹਾ। ਇਸ ਪ੍ਰਕਾਰ ਲੰਗਰ ਦੀ ਬੜੀ ਵੱਡੀ ਮਹਾਨਤਾ ਹੈ ਗੁਰੂ ਕੀ ਸੰਗਤ। ਇਸ ਤਰ੍ਹਾਂ ਜਿਹੜਾ ਜਦੋਂ ਵੀ ਆਵੇ ਉਹ ਪ੍ਰਸ਼ਾਦਾ ਛਕ ਲੈਂਦਾ ਹੈ ਲੰਗਰ ਦੇ ਵਿੱਚੋਂ। ਨਾ ਕਿਸੇ ਹੂੰ ਹਟ ਕਾਰਨ ਹੋਏ। ਕੋਈ ਵੀ ਕਿਸੇ ਨੂੰ ਰੋਕਦਾ ਨਹੀਂ। ਦੇਸ਼ ਵਿਦੇਸ਼ੀ ਲੈ ਸਭ ਕੋਏ। ਦੇਸ਼ੀ ਵਿਦੇਸ਼ੀ ਜੋ ਵੀ ਦੂਰੋਂ ਨੇੜਿਓਂ ਆਣ ਕੇ ਜਿਹੜਾ ਮਰਜ਼ੀ ਪ੍ਰਸ਼ਾਦਾ ਛਕ ਲਵੇ। ਜੈ ਕੈ ਸੋ ਜਸ ਵਿਸਾਲ ਪ੍ਰਕਾਸ਼ਾ। ਜਿੱਥੇ ਕਿੱਥੇ ਮਹਾਰਾਜ ਸਾਹਿਬ ਜੀ ਦਾ ਮਹਾਨ ਜਸ ਫੈਲਿਆ ਹੋਇਆ ਹੈ। ਸਿੱਖਿਆ ਮਨ ਮੈਂ ਹੋਤ ਹੁਲਾਸਾ। ਸਿੱਖਾਂ ਦੇ ਮਨ ਜਿਹੜੇ ਆਨੰਦ ਦੇ ਵਿੱਚ ਭਰੇ ਹੋਏ ਨੇ। ਸ੍ਰੀ ਅੰਗਦ ਕੋ ਸੁਤ ਸੁਣ ਕਰਕੇ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਦਾਤੂ ਨੇ ਜਦੋਂ ਇਹ ਸੁਣਿਆ ਵੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਿਮਾ ਹੀ ਬਹੁਤ ਹੀ ਜ਼ਿਆਦਾ ਹੋ ਗਈ ਹੈ। ਜਰੇ ਨ ਜਾਵਤ ਜਰ ਬਰ ਕੈ। ਸੋ ਜਰਿਆ ਨਹੀਂ, ਜਾਵਤ ਜਰ ਬਰ ਕੈ। ਉਸ ਪਾਸੋਂ ਜਰਿਆ ਨਹੀਂ ਗਿਆ, ਸੜਬਲ ਗਿਆ। ਇਉਂ ਜਾਣੀਏ ਵੀ ਮਨ ਦੇ ਵਿੱਚ ਈਰਖਾ ਪੈਦਾ ਹੋਈ। ਹਮਰੇ ਘਰ ਕੀ ਇਹੋ ਵਡਿਆਈ। ਮਨ ਦੇ ਵਿੱਚ ਇਹ ਵਿਚਾਰ ਹੈ ਵੀ ਸਾਡੇ ਘਰ ਦੀ ਵਡਿਆਈ ਹਮਕੋ ਕਿਉਂ ਨਾ ਹੋਏ ਸੁਖਦਾਈ। ਅਤੇ ਸਾਨੂੰ ਕਿਉਂ ਨਾ, ਇਹ ਸਾਨੂੰ ਸੁਖਦਾਈ ਕਿਉਂ ਨਾ ਹੋਵੇ। ਭਾਵ ਕਿ ਇਹ ਕੀ ਹੋਇਆ ਭਈ ਸਾਡੇ ਘਰ ਦੀ ਵਡਿਆਈ ਹੈ ਅਤੇ ਲੈ ਗਿਆ ਇੱਕ ਸਿੱਖ ਸੇਵਕ ਆਣ ਕੇ। ਸ੍ਰੀ ਅੰਗਦ ਬੈਕੁੰਠ ਪਧਾਰੇ। ਜਦੋਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਤੋਂ ਜਿਹੜੀ ਉਪਰੰਤ ਰਸਮਾਂ ਸੀ ਨਾ, ਕਰੀ 13ਵੀਂ ਜਬੇ ਪਛਾਰੇ। ਕਿਉਂਕਿ ਹੁਣ ਤੇ ਦੁਸਹਿਰਾ ਸਿੱਖਾਂ ਦੇ ਵਿੱਚ ਕੀਤਾ ਜਾਂਦਾ, ਉਦੋਂ 13ਵੀਂ ਕਰਦੇ ਸਨ। 13ਵੇਂ 'ਤੇ ਸਮਾਗਮ ਕਰਦੇ ਸਨ, ਭੋਗ ਪਾਉਂਦੇ ਸਨ। ਇਸੇ ਤਰੀਕੇ ਦੇ ਨਾਲ ਜੋ ਵੀ ਰਸਮ ਸੀ ਉਹ 13ਵੇਂ 'ਤੇ ਹੁੰਦੀ ਸੀ। ਤਾਂ 12ਵਾਂ ਵੀ ਇੱਧਰ ਰਾਜਸਥਾਨ ਵਾਲੇ ਪਾਸੇ 12ਵੇਂ 'ਤੇ ਵੀ ਭੋਗ ਪਾਉਂਦੇ ਰਹੇ, ਅਤੇ ਫਿਰ 17ਵੀਂ 'ਤੇ ਵੀ ਸਾਡੇ ਲੋਕ ਜਿਹੜੇ 17ਵੀਂ ਵੀ ਕਰਦੇ ਰਹੇ। ਇਸ ਤਰੀਕੇ ਦੇ ਨਾਲ ਹੁਣ ਗੁਰਮਤਿ ਮਰਜ਼ਾਦਾ ਅਨੁਸਾਰ ਜਿਹੜਾ ਉਹ ਦੁਸਹਿਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਜਦੋਂ 13ਵੀਂ ਦੀ ਰਸਮ ਕੀਤੀ ਗਈ ਤਾਂ ਉਹਦੇ ਤੋਂ ਬਾਅਦ ਬੁੱਢੇ ਔਰ ਵਿਚਾਰ ਕਰਨੀ ਕਾ। ਬਾਬਾ ਬੁੱਢਾ ਸਾਹਿਬ ਜੀ ਨੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕੇ ਦੀਨ ਸਮਰ ਗੁਰੂ ਕੋ ਟੀਕਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਜਿਹੜਾ ਟਿੱਕਾ ਸੀ ਨਾ ਉਹ ਲਾ ਦਿੱਤਾ। ਦਾਤੂ ਨੇ ਨਿਜ ਬਲ ਕੋ ਧਾਰੇ। ਤਾਂ ਬਾਬਾ ਦਾਤੂ ਜਿਹੜਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰ ਸਨ, ਉਹਨਾਂ ਨੇ ਜ਼ੋਰ ਪਾ ਕੇ ਲੈ ਸਭ ਤੇ ਬੰਦੀ ਦਸਤਾਰੇ। ਗੁਰਿਆਈ ਦੀ ਦਸਤਾਰ ਖੋਹ ਕੇ, ਤੇ ਕਿਉਂਕਿ ਗੋਇੰਦਵਾਲ ਸਾਹਿਬ ਜਾ ਕੇ ਨਾ ਇਹਨੇ ਰੌਲਾ ਗੋਲਾ ਕੀਤਾ ਬਾਬੇ ਦਾਤੂ ਨੇ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਛੋਟੇ ਸਪੁੱਤਰ ਨੇ। ਤਾਂ ਖੋਹ ਕੇ ਦਸਤਾਰ ਜਿਹੜੀ ਉਹ ਇਉਂ ਜਾਣੀਏ ਤੇ ਬੰਨ੍ਹ ਲਈ। ਬੈਠੇ ਨਿਤ ਗਾਦੀ ਪਰ ਸੋਏ। ਗੱਦੀ ਤੇ ਬੈਠਣ ਲੱਗ ਪਿਆ। ਪੂਜਾ ਕਰਨ ਆਏ ਨੇ ਕੋਏ। ਪਰ ਕੋਈ ਪੂਜਾ ਕਰਨ ਨਹੀਂ ਸੀ ਆਉਂਦਾ। ਦਾਤੂ ਨੇ ਪ੍ਰਪੰਚ ਤੇ ਰਚਾ ਲਿਆ ਵੀ ਮੇਰੇ ਕੋਲ ਦਸਤਾਰ ਹੈ, ਖੋਹ ਕੇ ਬੰਨ੍ਹ ਲਈ, ਤੇ ਪਰ ਪੂਜਾ ਕਰਨੀ ਸੀ ਆਉਂਦਾ। ਉਪਦੇਸ਼ ਸੰਗਤ ਕੋ ਰਹਿਓ। ਸੰਗਤ ਨੂੰ ਬੜਾ ਉਪਦੇਸ਼ ਦਿੰਦਾ ਰਿਹਾ ਵੀ ਬਥੇਰਾ ਹੱਥ ਪੈਰ ਮਾਰੇ ਉਹਨੇ। ਤਉ ਨਾ ਗੁਰ ਇਸ ਕੋ ਕਿਨ ਕਹਿਓ। ਫਿਰ ਵੀ ਕਿਸੇ ਨੇ ਇਹਨੂੰ ਗੁਰੂ ਨਾ ਮੰਨਿਆ। ਆਏ ਨਹੀਂ ਕੋ ਮਾਥ ਨਵਾਵੇ। ਕੋਈ ਆਣ ਕੇ ਮੱਥਾ ਨਹੀਂ ਸੀ ਟੇਕਦਾ। ਗੁਰੂ ਕੀ ਸੰਗਤ, ਗੁਰੂ ਐਵੇਂ ਕਮਾਈ ਕਿੰਨੀ ਹੈ
12 ਸਾਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਭਾਵ ਕਿ ਜਲ ਲਿਆਉਣ ਦੀ ਸੇਵਾ ਕੀਤੀ, ਹੋਰ ਕਿੰਨੀਆਂ ਸੇਵਾਵਾਂ ਕੀਤੀਆਂ। ਤੇ ਬਾਬੇ ਦਾਤੂ ਦਾਸੂ ਹੁਣੀ ਤੇ ਇਹ ਆਖੇ ਨਹੀਂ ਲੱਗੇ ਮਹਾਰਾਜ ਸਾਹਿਬ ਜੀ ਦੇ। ਸੋ ਇਸ ਪ੍ਰਕਾਰ ਸੰਗਤ ਨੂੰ ਬੜਾ ਉਪਦੇਸ਼ ਦਿੰਦਾ ਸੀ, ਫਿਰ ਵੀ ਕਿਸੇ ਨੇ ਇਹਨੂੰ ਗੁਰੂ ਨਾ ਮੰਨਿਆ। ਆਏ ਨਹੀਂ ਕੋ ਮਾਥ ਨਵਾਵੈ, ਨਾ ਕੋਈ ਆਣ ਕੇ ਮੱਥਾ ਹੀ ਟੇਕਦਾ ਸੀ ਇਹਨੂੰ, ਬਾਬੇ ਦਾਤੂ ਨੂੰ। ਮਿਲੇ ਨਾ ਕੁਛ ਕੋਰ ਅਰ ਪਾਵੈ, ਕੋਈ ਨਜ਼ਰਾਨਾ ਨਹੀਂ ਸੀ ਭੇਟਾ ਕਰਦਾ, ਭਾਵ ਕਿ ਕੋਈ ਕਿਸੇ ਪ੍ਰਕਾਰ ਦੀ ਕੋਈ ਵੀ ਭੇਟਾ ਨਹੀਂ ਸੀ ਦਿੰਦਾ ਇਹਨੂੰ, ਤੇ ਨਾ ਕੋਈ ਮਿਲਦਾ ਸੀ। ਜਾਂ ਤੇ ਰਿਸ ਕਰ ਦੁਖੇ ਕਨੇਰਾ, ਇਸ ਕਰਕੇ ਗੁੱਸੇ ਵਿੱਚ ਭਰਿਆ ਦੁਖੀ ਰਹਿੰਦਾ ਸੀ। ਹੋਏ ਈਰਖਾ ਸਹਿਤ ਵਡੇਰਾ, ਦਿਲ ਵਿੱਚ ਈਰਖਾ ਬੜੀ ਵੱਧ ਗਈ ਇਹਦੇ ਬਾਬੇ ਦਾਤੂ ਦੇ। ਬਨੇ ਗੁਰੂ ਪਰ ਬਣਿਓ ਨਾ ਜਾਏ, ਗੁਰੂ ਬਣਦਾ ਪਰ ਬਣਿਆ ਨਹੀਂ ਜਾਂਦਾ, ਲੋਕ ਆਉਂਦੇ ਨਹੀਂ ਇਹਦੇ ਵੱਲ, ਗੱਲ ਹੀ ਨਹੀਂ ਸੁਣਦੇ। ਨੈ ਸੰਗਤ ਕਿਸੇ ਦੇਸ਼ ਤੇ ਆਈ, ਤੇ ਨਾ ਹੀ ਕਿਸੇ ਦੇਸ਼ਾਂ ਤੋਂ ਇੱਧਰੋਂ ਦੇਸ਼ੋਂ ਵਿਦੇਸ਼ਾਂ ਕਿਸੇ ਪਾਸਿਓਂ ਕੋਈ ਸੰਗਤ ਨੇ ਜਾ ਕੇ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਜਾਂ ਇਹਦੀ ਗੱਲ ਸੁਣੀ ਆ, ਕੋਈ ਇਹਦੇ ਨੇੜੇ ਨਹੀਂ ਸੀ ਜਾਂਦਾ। ਹੁਤੇ ਮਿੱਤਰ ਖੱਤਰੀ ਇਸ ਘੇਰੇ, ਉਸ ਪਿੰਡ ਦੇ ਜਿਹੜੇ ਕਈ ਖੱਤਰੀ ਮਿੱਤਰ ਸਨ, ਜਿਹੜੇ ਇਹਨੂੰ ਚੁੱਕ ਚੁਕਾ ਕੇ ਜਿਨ੍ਹਾਂ ਨੇ ਗੱਦੀ ਤੇ ਬਿਠਾਇਆ ਹੋਇਆ ਸੀ। ਨਿਕਟ ਬੈਠ ਕਰ ਤਰਕ ਕਨੇਰੇ, ਕਈ ਪ੍ਰਕਾਰ ਦੀਆਂ ਬੋਲੀਆਂ ਮਾਰਦੇ ਸਨ ਇਹਦੇ ਕੋਲ ਬੈਠ ਕੇ। ਤੁਮ ਸਪੂਤ ਬੈਠੇ ਰਹਿ ਛੂਛੇ, ਇਹ ਗੱਲਾਂ ਕਰਦੇ ਸਨ, ਉਹਦੇ ਕੰਨ ਭਰਦੇ ਸਨ ਬਾਬੇ ਦਾਤੂ ਦੇ, ਵੀ ਤੁਸੀਂ ਵੇਖ ਲਓ ਗੁਰੂ ਪੁੱਤਰ ਹੋ ਕਰਕੇ ਤੇ ਖਾਲੀ ਬੈਠੇ ਹੋ। ਆਏ ਨਹੀਂ ਕੋਈ ਬਾਤ ਨਾ ਪੁੱਛੇ, ਵੀ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ, ਤੁਹਾਡੇ ਵੱਲ ਆਉਂਦਾ ਹੀ ਕੋਈ ਨਹੀਂ। ਇਹ ਉਹਦੇ ਜਿਹੜੇ ਸੰਗੀ ਸਾਥੀ ਸਨ ਤਾਂ ਖਡੂਰ ਸਾਹਿਬ ਦੇ ਵਿੱਚੋਂ ਹੀ ਉਹਦੇ ਹਮ ਉਮਰ ਵਾਲੇ, ਉਹੋ ਹੀ ਉਹਨੂੰ ਮਿਹਣੇ ਮਾਰੀ ਜਾਣੇ ਤੇ ਐਵੇਂ ਤਰਕਾਂ ਜਿਹੀਆਂ ਕਰੀ ਜਾਣੀਆਂ, ਬੋਲੀਆਂ ਮਾਰੀ ਜਾਣੀਆਂ ਵੀ ਤੇਰੇ ਵੱਲ ਤੇ ਆਉਂਦਾ ਹੀ ਕੋਈ ਨਹੀਂ, ਤੂੰ ਗੁਰੂ ਸੁਪੁੱਤਰ ਹੈ। ਕੋ ਸਿੱਖ ਆਏ ਨਾ ਦਰਸ਼ਨ ਹਾਰੇ, ਕੋਈ ਵੀ ਸਿੱਖ ਆਣ ਕੇ ਤੇਰੇ ਦਰਸ਼ਨ ਨਹੀਂ ਕਰਦਾ। ਭੇਟ ਨਾ ਅਰਪੇ ਨਮੋ ਨਾ ਧਾਰੇ, ਨਾ ਹੀ ਭੇਟਾ ਅਰਪਣ ਕਰਦਾ ਹੈ, ਨਾ ਹੀ ਤੈਨੂੰ ਕੋਈ ਨਮਸਕਾਰ ਕਰਦਾ ਹੈ। ਜੀਵਤ ਹੀ ਪਏ ਮ੍ਰਿਤਕ ਸਮਾਨਾ, ਤੁਸੀਂ ਤੇ ਜੀਵਦਿਆਂ ਹੀ ਮਰੇ ਸਮਾਨ ਹੋਇਆ ਫਿਰਦਾ ਤੂੰ ਦੇ ਬਾਬਾ ਦਾਤੂ। ਹਮ ਉਮਰ ਵਾਲੇ ਜਿਹੜੇ ਆ ਨਾ ਸੰਗੀ ਸਾਥੀ, ਉਹ ਇਉਂ ਕਹਿੰਦੇ ਨੇ ਵੀ ਤੂੰ ਤੇ ਜਿਉਂਦਾ ਹੀ ਮਰ ਗਿਓ। ਪਿਤ ਗਾਦੀ ਨੇ ਲਈ ਮਹਾਨਾ ਆਪਣੇ, ਕਿਉਂਕਿ ਗੁਰੂ ਸਪੁੱਤਰ ਨੇ ਆਪਾਂ ਨੂੰ ਇਹ ਸੋਭਦਾ ਨਹੀਂ ਬਚਨ, ਪਰ ਉਹ ਇਸ ਤਰ੍ਹਾਂ ਕਹਿੰਦੇ ਹੋਣਗੇ ਇਹਦੇ ਸੰਗੀ ਸਾਥੀ। ਆਪਣਾ ਸਤਿਕਾਰ ਕਰਨਾ ਹੀ ਫਰਜ਼ ਬਣਦਾ ਗੁਰੂ ਕੀ ਸੰਗਤ, ਉਹ ਸਤਿਗੁਰਾਂ ਦੇ ਕੌਤਕ ਨੇ। ਪਿਤ ਗਾਦੀ ਨੇ ਲਈ ਮਹਾਨਾ, ਤੇ ਪਿਤਾ ਦੀ ਜਿਹੜੇ ਪਿਤਾ ਕੋਲ ਗੱਦੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਉਹ ਤੁਹਾਨੂੰ ਮਿਲੀ ਨਹੀਂ। ਕਿਸੇ ਥਾਨ ਕੋ ਖੱਤਰੀ ਆਇਓ, ਕਿਸੇ ਥਾਂ ਦਾ ਖੱਤਰੀ ਇੱਥੇ ਆਇਆ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਉਹ ਕਹਿੰਦੇ ਨੇ ਉਹਦੇ ਸੰਗੀ ਸਾਥੀ ਵੀ ਕਿਸੇ ਥਾਂ ਦਾ ਉਹ ਖੱਤਰੀ ਆਇਆ। ਮਹਾ ਅਰੂਜ ਤਾਹੇ ਨੇ ਪਾਇਓ, ਉਸਨੇ ਵੱਡਾ ਪ੍ਰਤਾਪ ਆਣ ਕੇ ਪਾ ਲਿਆ। ਦੇਸ਼ਨ ਕੇ ਨਰੇਸ਼ ਚੱਲ ਆਵੈ, ਦੇਸ਼ਾਂ ਦੇ ਵੱਡੇ ਵੱਡੇ ਰਾਜੇ ਚੱਲ ਕੇ ਜਿਹੜੇ ਨੇ ਉਹ ਉਹਦੇ ਕੋਲ ਆਉਂਦੇ ਨੇ, ਜਿਹੜਾ ਜਿਹਦੇ ਕੋਲ ਗੱਦੀ ਚਲੇ ਗਈ ਹੈ। ਅਰਪੋ ਪਾਇਨ ਸੀਸ ਝੁਕਾਵੇ, ਨਜ਼ਰਾਨੇ ਭੇਟ ਕਰਕੇ ਸਿਰ ਝੁਕਾਉਂਦੇ ਨੇ, ਕਿਉਂਕਿ ਅਕਬਰ ਬਾਦਸ਼ਾਹ ਨੇ ਵੀ ਆਉਣਾ ਨਾ, ਹੋਰ ਵੀ ਅਹਿਲਕਾਰ, ਹੋਰ ਵੀ ਵੱਡੇ ਵੱਡੇ ਰਾਜੇ, ਹਰੀਪੁਰ ਦਾ ਰਾਜਾ ਆਇਆ, ਇਉਂ ਨਰੇਸ਼ ਚੱਲ ਆਵੇ। ਦੇਸ਼ਨ ਕੇ ਨਰੇਸ਼ ਚੱਲ, ਨਰੇਸ਼ ਹੁੰਦੇ ਰਾਜੇ, ਵੀ ਵੱਡੇ ਵੱਡੇ ਰਾਜੇ ਚੱਲ ਕੇ ਉਹਦੇ ਕੋਲ ਆਉਂਦੇ ਨੇ, ਸੀਸ ਝੁਕਾਉਂਦੇ ਨੇ, ਨਜ਼ਰਾਨੇ ਭੇਟਾ ਕਰਦੇ ਨੇ, ਤੇਰੇ ਕੋਲ ਆਉਂਦਾ ਹੀ ਕੋਈ ਨਹੀਂ। ਨਿਤ ਪ੍ਰਤ ਭੀਰ ਸੋ ਗੋਇੰਦਵਾਲ, ਨਿਤ ਪ੍ਰਤੀ ਸਦਾ ਵਾਸਤੇ ਹੀ ਜਿਹੜੀ ਹੈ ਨਾ, ਰੋਜ਼ ਹੀ ਗੋਇੰਦਵਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭੀੜ ਲੱਗੀ ਰਹਿੰਦੀ ਹੈ ਉੱਥੇ ਸੰਗਤਾਂ ਦੀ। ਆਏ ਸੰਗਤਾਂ ਮਿਲੇ ਬਸਾਲ, ਬਹੁਤ ਸੰਗਤਾਂ ਆ ਕੇ ਮਿਲਦੀਆਂ ਨੇ। ਪੂਜੇ ਪਾਇਨ ਸੋ ਜਸ ਬਖਾਨੈ, ਉਹਨਾਂ ਦੇ ਚਰਨਾਂ ਨੂੰ ਪੂਜਦੇ ਨੇ ਤੇ ਉਹਨਾਂ ਦਾ ਹੀ ਜਸ ਕਰਦੇ ਨੇ। ਅਤ ਉਤਮ ਵਸਤੂ ਕੋ ਆਨੇ, ਤੇ ਬਹੁਤ ਵਸਤੂਆਂ ਜਿਹੜੀਆਂ ਨੇ ਉਹ ਲਿਆ ਕੇ ਭੇਟਾ ਕਰਦੇ ਨੇ। ਮਾਰੇ ਬਚਨ ਬਾਣ ਉਰ ਗਾਡੇ, ਬਾਬੇ ਦਾਤੂ ਦੇ ਮਿੱਤਰ ਇਸ ਤਰ੍ਹਾਂ ਬਚਨਾਂ ਦੇ ਤੀਰ ਮਾਰਦੇ ਨੇ ਉਹਨੂੰ ਬਾਬੇ ਦਾਤੂ ਨੂੰ, ਤੇ ਜੋ ਦਿਲ ਵਿੱਚ ਖੁੱਭ ਜਾਂਦੇ ਨੇ ਉਹਦੇ। ਸੁਣ ਦਾਤੂ ਧੀਰਜ ਨਿਜ ਛਾਡੇ, ਇਹ ਸੁਣ ਕੇ ਦਾਤੂ ਜਿਹੜਾ ਨਾ ਉਹ ਹੌਸਲਾ ਜਿਹਾ ਹਾਰ ਗਿਆ ਵੀ ਵਾਕਿਆ ਇਹ ਗੱਲ ਠੀਕ ਹੈ, ਪੁੱਛਣਾ ਤੇ ਮੈਨੂੰ ਚਾਹੀਦਾ ਸੀ ਵੀ ਲੋਕ ਮੇਰੇ ਕੋਲ ਆਉਂਦੇ, ਪਰ ਠੀਕ ਨਹੀਂ ਹੋਇਆ ਇਹ ਜਿਹੜਾ ਮੈਨੂੰ ਕੋਈ ਪੁੱਛਦਾ ਹੀ ਨਹੀਂ। ਮਹਿਮਾ ਜਦਿ ਜਾਣੇ ਤਨਕੀ, ਉਹ ਸਤਿਗੁਰਾਂ ਦੀ ਮਹਿਮਾ ਬਾਰੇ ਜਾਣਦਾ ਸੀ। ਤਦਬ ਕੁਸੰਗ ਹਤੀ ਬਿਰਤ ਮਨ ਕੀ, ਫਿਰ ਵੀ ਕੁਸੰਗਤ ਨੇ ਮਨ ਦੀ ਬਿਰਤੀ ਜਿਹੜੀ ਆ ਨਾ, ਉਹ ਚੰਗੀ ਬਿਰਤੀ ਜਿਹੜੀ ਹੈ ਉਹ ਨਸ਼ਟ ਕਰ ਦਿੱਤੀ, ਭਾਵ ਕਿ ਈਰਖਾ ਮਨ ਵਿੱਚ ਆ ਗਈ ਹੈ।
ਉਹਦੇ ਜਿਹੜੇ ਸੰਗੀ ਸਾਥੀ ਹੈ ਉਹਨਾਂ ਨੇ ਚੁੱਕ ਚੁਕਾ ਕੇ ਉਹਨੂੰ ਈਰਖਾਵਾਦੀ ਕਰ ਦਿੱਤਾ। ਦੀਪਤ ਮਤਸਰ ਅਗਨ ਅਗਾਰੀ, ਈਰਖਾ ਰੂਪੀ ਅੱਗ ਜਿਹੜੀ ਸੀ ਉਹ ਪਹਿਲਾਂ ਹੀ ਮੱਘ ਰਹੀ ਸੀ। ਦੁਸ਼ਟ ਗਰਾ ਮੇਲੀ ਕਰਤ ਧਾਰੀ, ਦੁਸ਼ਟਾਂ ਦੀ ਬਾਣੀ ਨੇ ਉਹਨੂੰ ਮੱਘ ਦੀ ਅੱਗ ਉੱਤੇ ਇਉਂ ਮਾਨੋ ਘਿਓ ਦੀ ਧਾਰ ਪਾ ਦਿੱਤੀ ਹੋਵੇ। ਵਿਆਕਲ ਪਇਓ ਸਹਿਓ ਨ ਜਾਏ, ਵਿਆਕਲ ਹੋ ਗਿਆ, ਬਰਦਾਸ਼ਤ ਨਹੀਂ ਹੁੰਦਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪ੍ਰਭਤਾ ਜਿਹੜੀ ਵਡਿਆਈ ਹੈ ਨਾ, ਉਹ ਬਰਦਾਸ਼ਤ ਨਹੀਂ ਕਰ ਸਕਦਾ। ਉਹ ਅਤ ਰਿਸ਼ਤੇ ਚਿਤ ਅਸ ਉਪਜਾਈ, ਬਹੁਤ ਗੁੱਸੇ ਵਿੱਚ ਮਨ ਦੇ ਵਿੱਚ ਇਹ ਗੱਲ ਆਈ, ਗੁੱਸਾ ਕ੍ਰੋਧ ਵਿੱਚ ਕ੍ਰੋਧ ਆ ਗਿਆ। ਅਮਰ ਗੁਰੂ ਕੋ ਜਾਏ ਸੰਘਾਰ, ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਮਨ ਵਿੱਚ ਵਿਚਾਰ ਬਣਾਈ ਵੀ ਜਾ ਕੇ ਮੈਂ ਮਾਰਦਾ ਹੈ ਨਾ। ਗੁਰਤਾ ਗਾਦੀ ਬੌਰ ਸੰਭਾਰੋ, ਤੇ ਫਿਰ ਗੁਰਤਾ ਗੱਦੀ ਸੰਭਾਲ ਲਵਾਂਗਾ। ਪਿਤ ਕੀ ਵਸਤ ਪੂਤ ਹਮ ਮਾਲਕ, ਪਿਤਾ ਦੀ ਵਸਤੂ ਹੈ, ਅਸੀਂ ਮਾਲਕ ਹੋਣੇ ਚਾਹੀਦੇ ਸਾਂ। ਅਪਰ ਕਸੂ ਕੇ ਕਿਮ ਹੋਏ ਤਾਲਕ, ਹੋਰ ਕਿਸੇ ਦਾ ਕੀ ਤਲਕ ਹੈ ਇਹਦੇ ਵਿੱਚ? ਸਾਡੀ ਵਸਤੂ ਹੈ, ਗੁਰਗੱਦੀ ਸਾਡੀ ਬਣਦੀ ਸੀ, ਪਰ ਅਸੀਂ ਮਾਰ ਦਿੰਦੇ ਉਹਨੂੰ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਾਰੇ ਵਿੱਚ ਇਹ ਸੋਚਦਾ ਹੈ, ਜਿਹੜਾ ਮਾਰ ਜਵਾਲਣ ਵਾਲਾ ਹੈ, ਸਤਿਗੁਰੂ ਮੇਰਾ ਮਾਰ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਉਹਦੇ ਬਾਰੇ ਇਹ ਵਿਚਾਰਾਂ ਕਰਦਾ ਹੈ। ਇਮ ਵਿਚਾਰ ਕਰਕੇ ਪ੍ਰਸਥਾਨਾ, ਇਸ ਤਰ੍ਹਾਂ ਵਿਚਾਰ ਕਰਕੇ ਚੱਲ ਪਿਆ। ਪਹੁੰਚੋ ਸ੍ਰੀ ਗੁਰੂ ਅੰਮ੍ਰਿਤ ਸਥਾਨਾ, ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਉੱਥੇ ਗੋਇੰਦਵਾਲ ਸਾਹਿਬ ਲੱਗਿਓ ਦੀਵਾਨ ਬਰਾਜੇ ਵਿੱਚ, ਦੀਵਾਨ ਲੱਗਾ ਹੋਇਆ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਬਰਾਜੇ ਹੋਏ ਸਨ, ਬਰਾਜਮਾਨ ਭਾਵ ਕੇ ਸੁਭਾਏਮਾਨ ਸਨ ਸੰਗਤਾਂ ਦੇ ਵਿੱਚ ਤਖਤ ਦੇ ਉੱਤੇ। ਦਰਸ਼ਨ ਮਿਲੇ ਊਚ ਅਰ ਨੀਚ, ਅਮੀਰ ਗਰੀਬ ਸਭ ਮਿਲ ਕੇ ਦਰਸ਼ਨ ਮਿਲੇ ਕਰ ਰਹੇ ਸਨ ਸਤਿਗੁਰਾਂ ਦੇ। ਕੋ ਟੇਕਤ ਹੈ ਮਾਥ ਅਗਾਰੀ, ਕਈ ਸਾਹਮਣੇ ਹੋ ਕੇ ਮੱਥਾ ਟੇਕ ਰਹੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਕੋ ਬੇਨਤੀ ਕਰ ਜੋਰ ਉਚਾਈ, ਕਈ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਨੇ ਸਤਿਗੁਰਾਂ ਨੂੰ। ਕੋ ਬੈਠੇ ਸਿਮਰੇ ਸਤਨਾਮੂ, ਕਈ ਸੰਗਤ ਵਿੱਚ ਬੈਠੇ ਹੋਏ ਸਤਨਾਮ ਦਾ ਸਿਮਰਨ ਕਰ ਰਹੇ ਨੇ। ਇਹ ਨਕਸ਼ਾ ਖਿੱਚਿਆ ਹੈ, ਸੀਨ ਕ੍ਰੀਏਟ ਕੀਤਾ ਹੈ ਭਾਈ ਸੰਤੋਖ ਸਿੰਘ ਜੀ ਨੇ ਵੀ ਦੀਵਾਨ ਲੱਗਾ ਹੋਇਆ ਹੈ। ਉਮੀਦ ਹੈ ਕਿ ਆਪ ਜੀ ਦੀਦਾਰ ਕਰ ਰਹੇ ਹੋਵੋਗੇ। ਦੀਵਾਨ ਲੱਗੇ ਤੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦੀਵਾਨ ਲੱਗਾ ਹੋਇਆ ਹੈ, ਤਾਂ ਸਤਿਗੁਰੂ ਜੀ ਵਿੱਚ ਬਿਰਾਜਮਾਨ ਨੇ, ਸੁਭਾਏਮਾਨ ਨੇ ਤਖਤ ਦੇ ਉੱਤੇ। ਤਾਂ ਅਮੀਰ ਗਰੀਬ ਸਭ ਮਿਲ ਕੇ ਸਤਿਗੁਰਾਂ ਦੇ ਦੀਦਾਰ ਕਰ ਰਹੇ ਨੇ। ਤੇ ਕਈ ਸਾਹਮਣੇ ਕੋ ਟੇਕਤ ਹੈ ਮਾਥ ਅਗਾਰੀ, ਕੋਈ ਸਾਹਮਣੇ ਹੋ ਕੇ ਨਮਸਕਾਰ ਕਰਕੇ ਫਿਰ ਬੈਠ ਜਾਂਦੇ ਨੇ। ਕੋ ਬੇਨਤੀ ਕਰ ਜੋਰ ਉਚਾਰੀ, ਕੋਈ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਹੈ ਮਹਾਰਾਜ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ। ਕੋ ਬੈਠੇ ਸਿਮਰੇ ਸਤਨਾਮੂ, ਤੇ ਕਈ ਬੈਠੇ ਹੋਏ ਸਤਨਾਮ ਦਾ ਸਿਮਰਨ ਕਰ ਰਹੇ ਨੇ ਸੰਗਤ ਦੇ ਵਿੱਚ। ਗਾਏ ਰਬਾਬੀ ਧੁਨੇ ਅਬਰਾਮੂ, ਤੇ ਰਬਾਬੀ ਜਿਹੜੇ ਨੇ ਉਹ ਸੁੰਦਰ ਧੁਨਾਂ ਵਜਾ ਕੇ ਬੜੇ ਰਸੀਲੇ ਸ਼ਬਦ ਜਿਹੜੇ ਨੇ, ਰਸੀਲੀ ਰਸਨਾ ਦੇ ਨਾਲ ਸ਼ਬਦ ਗਾਇਨ ਕਰ ਰਹੇ ਨੇ। ਕੋ ਇੱਕ ਚਿਤ ਹੋਏ ਸ਼ਬਦ ਸੁਣਤ ਹੈ, ਕਈ ਇੱਕ ਚਿਤ ਹੋ ਕੇ ਕੀਰਤਨ ਸੁਣ ਰਹੇ ਨੇ। ਕੋ ਮਨ ਵਿਖੇ ਵਿਚਾਰ ਗੁਣ ਤੇ ਹੈ, ਕਈ ਮਨ ਵਿੱਚ ਸਤਿਗੁਰਾਂ ਦੇ ਗੁਣਾਂ ਬਾਰੇ ਵਿਚਾਰ ਕਰ ਰਹੇ ਨੇ। ਜਥਾ ਸ਼ੰਭ ਮਨ ਗੁਣ ਕੇ ਗਨ ਕੇ ਮਾਹੀ, ਜਿਵੇਂ ਸ਼ਿਵ ਜੀ ਮੁਨੀਆਂ ਦੇ ਸਮੂਹ ਵਿੱਚ ਭਾਵ ਕੇ ਸ਼ਿਵ ਜੀ ਬੈਠੇ ਹੁੰਦੇ ਨੇ ਮੁਨੀਆਂ ਦੇ ਸਮੂਹ ਵਿੱਚ। ਜਿਸ ਤਰ੍ਹਾਂ ਇੰਦਰ ਦੀ ਤਸ਼ਬੀਹ ਵੀ ਕਈ ਥਾਂ ਦਿੱਤੀ ਹੈ ਵੀ ਜਿਵੇਂ ਇੰਦਰ ਦੇਵਤਾ ਜਿਹੜਾ ਦੇਵਤਿਆਂ ਦੇ ਵਿੱਚ ਰਾਜਾ ਬਣ ਕੇ ਬੈਠਾ ਹੁੰਦਾ ਹੈ, ਤੇ ਸਤਿਗੁਰੂ ਜੀ ਤਾਂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਪਾਵਨ ਸਭਾ ਸ਼ੁਭਤ ਹੈ ਤਾਹੀ, ਉਸੇ ਤਰ੍ਹਾਂ ਪਵਿੱਤਰ ਸਭਾ ਜਿਹੜੀ ਹੈ ਨਾ ਉਹ ਸ਼ੋਭ ਰਹੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਪਿਕ ਪ੍ਰਤਾਪ ਨੇ ਹਿਰਦੇ ਸਹਾਰਾ, ਸਤਿਗੁਰੂ ਜੀ ਦਾ ਪ੍ਰਤਾਪ ਵੇਖ ਕੇ ਬਾਬੇ ਦਾਤੂ ਦੇ ਕੋਲੋਂ ਸਹਾਰਿਆ ਨਹੀਂ ਗਿਆ। ਪਇਓ ਕ੍ਰੋਧ ਤੇ ਸ਼ੋਭਤ ਭਾਰਾ, ਕ੍ਰੋਧ ਕਰਕੇ ਭਾਰੀ ਦੁੱਖ ਹੋਇਆ। ਕ੍ਰੋਧਤ ਬੰਦੇ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਹਿਸ ਕੀਤੀ ਵਿੱਚ ਅੰਕਿਤ ਕੀਤਾ ਗੁਰੂ ਕੀ ਸੰਗਤ ਵੀ। ਜਿਵੇਂ ਜਿਹੜਾ ਬਾਂਦਰ ਹੈ ਨਾ ਉਹ ਜਿਵੇਂ ਨੱਚਦਾ ਹੈ ਨਾ, ਉਸ ਤਰ੍ਹਾਂ ਕ੍ਰੋਧੀ ਬੰਦਾ ਜਦੋਂ ਉਹਨੂੰ ਕ੍ਰੋਧ ਆ ਜਾਂਦਾ ਉਵੇਂ ਬਾਂਦਰ ਵਾਂਗ ਨੱਚਣ ਲੱਗ ਪੈਂਦਾ। ਮੈਨੂੰ ਹੁਣ ਪੰਕਤੀਆਂ ਵਿਸਰੀਆਂ ਨੇ ਗੁਰੂ ਕੀ ਸੰਗਤ। ਅਪਰ ਕਛੂ ਤੈ ਹੋਏ ਨਾ ਸਕਈ, ਸੋ ਹੋਰ ਤੇ ਕੁਝ ਹੋ ਨਹੀਂ ਸੀ ਸਕਦਾ। ਪਹੁੰਚ ਨਿਕਟ ਗੁਰ ਤਨ ਕੋ ਤਕਈ, ਨੇੜੇ ਚਲੇ ਗਿਆ ਮਹਾਰਾਜ ਸਾਹਿਬ ਜੀ ਦੇ ਤਖਤ ਦੇ ਨੇੜੇ ਚਲੇ ਗਿਆ ਤੇ ਜਾ ਕੇ ਸਰੀਰ ਵੱਲ ਵੇਖਿਆ, ਉਹਨਾਂ ਦੇ ਸਰੀਰ ਵੱਲ ਵੇਖਿਆ। ਰਿਸ ਕਰ ਉਰਮੈ ਲਾਤ ਪ੍ਰਹਾਰੀ, ਬਹੁਤ ਗੁੱਸੇ ਵਿੱਚ ਆਣ ਕੇ ਲੱਤ ਦਾ ਵਾਰ ਕੀਤਾ, ਆਪਣਾ ਪੈਰ ਠੁੱਡਾ ਮਾਰਿਆ, ਲੱਤ ਮਾਰੀ। ਜਿਮ ਲక్ష్ਮੀ ਪਤ ਕੇ ਭ੍ਰਿਗੁ ਮਾਰੀ, ਜਿਵੇਂ ਭ੍ਰਿਗੂ ਨੇ ਵਿਸ਼ਨੂੰ ਦੇ ਲੱਤ ਮਾਰੀ ਸੀ
इस तरह एक तशबीह देनी कीती है कि शिव जी का पुत्र भृगु मुनि जो मन्निया जाता है, विष्णु की छाती में लत्त मारी सी। परशुराम ने परशुराम जो इसे वंश तो होया, महाभारत में इसकी पैदाइश शिव जी के जग समय अग्नि तो एक अनोखी तरह होई दसी जाती है। ये इतिहासक घटनावां ऐसियां कई बार कवि जी ने तशबीह देने वास्ते, उदाहरण देने वास्ते दिते भी, जिवें विष्णु के छाती विच सो शिव जी के पुत्र ने लत्त मारी सी, इवें ही बाबे दातू ने सतगुरु श्री गुरु अमरदास साहिब महाराज जी ने लत्त मारी। ਸਿੰਘਾਸਨ ਤੇ ਗਿਰ ਕਰ ਪਰੇ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਿਰਧ ਅਵਸਥਾ ਹੋਣ ਕਰਕੇ ਸੋ ਸਿੰਘਾਸਨ ਤੋਂ ਡਿੱਗ ਪਏ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਬਿਰਧ ਸਰੀਰ ਕੰਪ ਕਉ ਕਰੇ, ਤੇ ਇਸ ਤਰ੍ਹਾਂ ਬਿਰਧ ਸਰੀਰ ਹੋਰ ਕੀ ਕਰ ਸਕਦਾ ਸੀ, ਭਾਵ ਕਿ ਡਿੱਗ ਪਏ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ। ਬਹੁਤ ਸੰਭਾਰ ਉੱਠੇ ਤਤਕਾਲਾ, ਛੇਤੀ ਸੰਭਲ ਕੇ ਉੱਠੇ ਨੇ ਗਰੀਬ ਕਿਰਪਾਲੂ ਸਤਿਗੁਰੂ ਜੀ। ਗਏ ਦਾਤੂ ਕੇ ਚਰਨ ਕਿਰਪਾਲਾ, ਕਿਰਪਾਲੂ ਸਤਿਗੁਰਾਂ ਨੇ ਛੇਤੀ ਦੇਣੀ ਬਾਬਾ ਦਾਤੂ ਜੀ ਦੇ ਚਰਨ ਫੜੇ ਨੇ। ਕਰ ਕਮਲ ਸੋ ਮਰਦਨ ਕਰ, ਨਿਮਰਤਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਨਿਮਰਤਾ ਵਿਖਾਉਣੀ ਕੀਤੀ ਤੇ ਆਪਣੇ ਕਮਲ ਰੂਪੀ ਹੱਥਾਂ ਦੇ ਨਾਲ ਉਹਨਾਂ ਦੇ ਬਾਬੇ ਦਾਤੂ ਦੇ ਚਰਨਾਂ ਨੂੰ ਮਲਣ ਲੱਗੇ ਨੇ। ਬੇਨਤੀ ਸਹਿਤ ਸੋ ਬਾਕ ਉਚਾਰੇ, ਬੇਨਤੀ ਭਰੇ ਨਿਮਰਤਾ ਦੇ ਨਾਲ, ਫਿਰ ਵੀ ਨਿਮਰਤਾ ਦੇ ਨਾਲ ਕੀ ਨਹੀਂ ਸਨ ਕਰ ਸਕਦੇ ਗੁਰੂ ਕੀ ਸੰਗਤ। ਇੱਕ ਮਾਈ ਦਾ ਪੁੱਤਰ ਜਿਉਂਦਾ ਕਰ ਸਕਦੇ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤੇ ਕੀ ਨਹੀਂ ਸਨ ਕਰ ਸਕਦੇ। ਰਾਜੇ ਦੀ ਰਾਣੀ ਜਿਹੜੀ ਹੈ, ਹੁਣੇ ਆਪਾਂ ਪੜ੍ਹ ਕੇ ਆਏ ਹਾਂ, ਝੱਲੀ ਹੋ ਗਈ ਸੀ, ਉਹਨੂੰ ਆਰਾਮ ਦਵਾਇਆ। ਇਸੇ ਤਰ੍ਹਾਂ ਜੁਲਾਈ ਨੂੰ ਆਰਾਮ ਦਵਾਇਆ। ਹੋਰ ਬੇਅੰਤ ਕੌਤਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇ, ਤੇ ਕੀ ਨਹੀਂ ਸਨ ਕਰ ਸਕਦੇ। ਪਰ ਨਹੀਂ, ਨਿਮਰਤਾ ਵਿੱਚ ਆਣ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬੇਨਤੀ ਭਰੇ ਬਚਨ ਉਚਾਰਨ ਕੀਤੇ। ਇੱਕ ਤੋਂ ਸੇਵਾ ਕਰਤ ਰਹੇ ਹੋ ਹੈ, ਕਹਿਣ ਲੱਗੇ ਬਾਬਾ ਦਾਤੂ ਜੀ ਨੂੰ ਵੀ ਬਾਬਾ ਦਾਤੂ ਜੀ ਤੁਸੀਂ ਵੱਡੇ ਸਤਿਗੁਰਾਂ ਦੇ ਸੁਪੁੱਤਰ ਹੋ, ਸਤਿਕਾਰਯੋਗ ਹੋ। ਸੋ ਗੁਰੂ ਕੀ ਸੰਗਤ, ਇੱਕ ਤਾਂ ਮੈਂ ਸੇਵਾ ਕਰਦਾ ਰਿਹਾ ਹਾਂ, ਦੁਤੀਏ ਬਹਿ ਤੇ ਬਿਰਧ ਪਇਓ ਹੈ, ਦੂਸਰਾ ਉਮਰ ਕਰਕੇ ਹੁਣ ਬਜ਼ੁਰਗ ਹੋ ਗਿਆ ਮੈਂ, ਜਾਂ ਤੇ ਅਦਕ ਸਰੀਰ ਕਠੋਰ ਹੈ। ਇਸ ਕਰਕੇ ਮੇਰਾ ਸਰੀਰ ਜਿਹੜਾ ਨਾ, ਉਹ ਸਾਡਾ ਸਰੀਰ ਜਿਹੜਾ ਉਹ ਸਖਤ ਹੋਇਆ ਪਿਆ ਹੈ, ਭਾਵ ਕਿ ਕਠੋਰ ਹੋਇਆ ਪਿਆ, ਸਖਤ ਹੋਇਆ ਪਿਆ ਹੈ, ਜਾਂ ਤੇ ਅਦਕ ਸਰੀਰ ਕਠੋਰਾ, ਸਖਤ ਹੋਇਆ ਪਿਆ ਹੈ ਸਰੀਰ ਸਾਡਾ। ਇਸ ਕਰਕੇ ਤੁਮਰੋ ਚਰਨ ਮਿਰਦਲ ਨੇ ਥੋਰਾ, ਤੁਹਾਡੇ ਚਰਨ ਜਿਹੜੇ ਨੇ ਨਾ ਉਹ ਬਾਬਾ ਜੀ ਕੋਮਲ ਨੇ। ਦੇਖੋ ਵੱਡੇ ਸਤਿਗੁਰਾਂ ਦੇ ਸੁਪੁੱਤਰ ਦਾ ਕਿੰਨਾ ਸਤਿਕਾਰ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਿੰਨੀ ਵੱਡੀ ਸਿੱਖਿਆ ਗੁਰੂ ਕੀ ਸੰਗਤ ਸਾਨੂੰ ਮਿਲਦੀ ਹੈ ਵੀ ਜੇ ਕਿਸੇ ਨੇ ਫਰੀਦਾ ਜੋਤੈ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ। ਸੋ ਇਸ ਪ੍ਰਕਾਰ ਗੁਰੂ ਕੀ ਸੰਗਤ ਬੜੇ ਇਹ ਜਿਹੜੀ ਅਵਸਥਾ ਹੈ ਨਾ, ਸਿੱਖੀ ਕਮਾਉਣੀ ਜਿਹੜੀ ਹੈ ਬੜੀ ਔਖੀ ਹੈ। ਖੰਡੇ ਦੇ ਧਾਰ ਤੋਂ ਦੀ ਤੁਰਨਾ ਪੈਂਦਾ ਗੁਰੂ ਕੀ ਸੰਗਤ। ਜਰਨ ਵਸਤੂ ਜਿਹੜੀ ਹੈ ਨਾ, ਜਿਹੜਾ ਜਿਹੜੀ ਇਹ ਭਾਵ ਕਿ ਖਵਣ ਗੁਣ ਜਿਹੜਾ ਹੈ ਉਹ ਅਤਿਅੰਤ ਜ਼ਰੂਰੀ ਹੈ ਇਹ ਸਿੱਖੀ ਦੇ ਵਿੱਚ। ਕਿਸੇ ਦੇ ਕਹੇ ਹੋਏ ਬੋਲ ਨੂੰ ਜਰ ਲੈਣਾ, ਤੇ ਇਸ ਤਰੀਕੇ ਦੇ ਨਾਲ ਕਿਸੇ ਨੂੰ ਖਿਮਾ ਕਰ ਦੇਣੀ ਤੇ ਕਿਸੇ ਤੋਂ ਖਿਮਾ ਮੰਗ ਲੈਣੀ, ਇਹ ਵੱਡੇ ਗੁਣ ਨੇ ਗੁਰੂ ਕੀ ਸੰਗਤ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬਾਬਾ ਦਾਤੂ ਜੀ ਨੂੰ ਵੀ ਬਾਬਾ ਜੀ ਤੁਸੀਂ ਵੱਡੇ ਸਤਿਗੁਰਾਂ ਦੇ ਸੁਪੁੱਤਰ ਹੋ, ਸਤਿਕਾਰਯੋਗ ਹੋ। ਸਾਡੇ ਜਿਹੜਾ ਸਰੀਰ ਹੈ ਨਾ ਉਹ ਭਾਵ ਕਿ ਕਠੋਰ ਹੋਇਆ, ਸਖਤ ਹੋਇਆ ਪਿਆ ਹੈ ਸੇਵਾ ਕਰ ਕਰਕੇ। ਆਪ ਜੀ ਦੇ ਚਰਨ ਕੋਮਲ ਹਨ। ਹੋਏ ਗੋ ਕਸ਼ਟ ਮਹਾਨਾ, ਤੁਹਾਡੇ ਕਸ਼ਟ ਹੋਇਆ ਹੋਵੇਗਾ, ਭਾਵ ਕਿ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ, ਤੁਹਾਡੇ ਸੱਟ ਲੱਗੀ ਹੋਵੇਗੀ। ਸ਼ੁਮਿਓ ਪਇਓ ਅਪਰਾਧ ਅਜਾਨਾ, ਇਸ ਕਰਕੇ ਮੈਨੂੰ ਮੁਆਫ ਕਰ ਦਿਓ, ਮੈਂ ਅਣਜਾਣ ਹਾਂ, ਮੇਥੋਂ ਅਪਰਾਧ ਹੋਇਆ ਵੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੈ। ਸ੍ਰੀ ਗੁਰੂ ਕੇ ਸੁਤ ਹੋ ਬੜ ਭਾਗੇ, ਤੁਸੀਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਹੋ, ਵੱਡੇ ਭਾਗਾਂ ਵਾਲੇ ਹੋ, ਸਤਿਕਾਰਯੋਗ ਹੋ। ਮਾਮਿਤ ਕਰ ਇਤਨੋ ਦੁੱਖ ਲਾਗੇ, ਮੇਰੇ ਨਾਲ ਪਿਆਰ ਕਰਕੇ ਇੰਨਾ ਦੁੱਖ ਝੱਲਿਆ ਤੁਸਾਂ। ਤੁਮ ਕੋ ਦੇਖਣਾ ਅਗਰ ਖਰੋਵਾ, ਤੁਹਾਨੂੰ ਵੇਖ ਕੇ ਮੈਂ ਪਹਿਲੋਂ ਨਹੀਂ ਉੱਠਿਆ, ਇਸ ਕਰਕੇ ਇਸ ਗੱਲ ਦੀ ਖਿਮਾ ਮੈਨੂੰ ਦਿਓ ਵੀ ਜਦੋਂ ਤੁਸੀਂ ਆ ਰਹੇ ਸੀ ਨਾ ਸੰਗਤ ਦੇ ਵਿੱਚ, ਤੇ ਮੈਨੂੰ ਉੱਠਣਾ ਚਾਹੀਦਾ ਸੀ ਤਖਤ ਤੋਂ। ਦੇਖੋ ਕਿੰਨੀ ਨਿਮਰਤਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ, ਵੀ ਜਦੋਂ ਤੁਸੀਂ ਸੰਗਤ ਦੇ ਵਿੱਚ ਹੀ ਆਏ ਹੋਣਗੇ ਨਾ, ਜਿੱਧਰ ਦੀ ਸੰਗਤ ਮੱਥਾ ਟੇਕਣ ਆਉਂਦੀ ਹੈ ਸਤਿਗੁਰਾਂ ਨੂੰ, ਉਧਰ ਦੀ ਆਏ ਹੋਣਗੇ ਨਾ ਬਾਬਾ ਦਾਤੂ ਜੀ। ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਵੀ ਮੇਰਾ ਇਹ ਵੱਡਾ ਅਪਰਾਧ ਹੈ, ਮੇਰਾ ਇਹ ਵੱਡਾ ਗੁਨਾਹ ਹੈ
ਵੀ ਜਿਹੜਾ ਮੈਂ ਆਪ ਜੀ ਨੂੰ ਵੇਖ ਕੇ ਤਖਤ ਤੋਂ ਉੱਠਿਆ ਨਹੀਂ, ਸਿੰਘਾਸਣ ਤੋਂ ਉੱਠਿਆ ਨਹੀਂ, ਉੱਠ ਖਲੋਣਾ ਚਾਹੀਦਾ ਸੀ ਮੈਨੂੰ ਆਪ ਜੀ ਦੇ ਸਤਿਕਾਰ ਦੇ ਵਿੱਚ। ਹੁਤੋ ਮਾਨ ਮਮ ਸੋ ਤੁਮ ਖੋਆ, ਮੇਰੇ ਮਨ ਵਿੱਚ ਜਿਹੜਾ ਹੰਕਾਰ ਸੀ ਉਹਨੂੰ ਤੁਸੀਂ ਦੂਰ ਕਰ ਦਿੱਤਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਈ। ਤਾੜਨ ਉਚਿਤ ਜਾਨ ਕਰ ਮਾਰਿਓ, ਤੁਸੀਂ ਚੰਗਾ ਕੀਤਾ, ਮੈਨੂੰ ਤਾੜਨਾ ਕੀਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਤੁਸੀਂ ਚੰਗਾ ਕੀਤਾ ਬਾਬਾ ਜੀ, ਮੈਨੂੰ ਤੁਸੀਂ ਤਾੜਨਾ ਕੀਤੀ ਹੈ। ਭਲੋ ਕਰਿਓ ਨਿਜ ਦਾਸ ਨਿਹਾਰਿਓ, ਤੁਸੀਂ ਭਲਾ ਕੀਤਾ, ਆਪਣੇ ਦਾਸ ਤੇ ਮਿਹਰ ਕੀਤੀ ਤੁਸਾਂ। ਸੇਵਾ ਆਪਣੀ ਮੋਹਿ ਬਤਾਵੋ, ਦੱਸੋ ਮੈਂ ਕੀ ਸੇਵਾ ਕਰ ਸਕਦਾ ਆਪ ਜੀ ਦੀ। ਕਰਿਓ ਸੋ ਤਤਸ਼ਨ ਰੋਸ ਹਟਾਵੋ, ਤੁਸੀਂ ਗੁੱਸਾ ਦੂਰ ਕਰੋ ਤੇ ਮੈਨੂੰ ਜੋ ਵੀ ਹੁਕਮ ਕਰੋ ਉਹ ਮੈਂ ਸੇਵਾ ਕਰਾਂ ਆਪ ਜੀ ਦੀ। ਸੁਣ ਦਾਤੂ ਕਰ ਕ੍ਰੋਧ ਉਚਾਰਿਓ, ਪਰ ਉਹ ਕ੍ਰੋਧ ਵਿੱਚ ਆਇਆ ਸੀ, ਉਹ ਕ੍ਰੋਧ ਹੋਰ ਵੀ ਵੱਧ ਗਿਆ ਉਹਦਾ। ਕਹਿਣ ਲੱਗਾ ਇਹੋ ਕੈਸੇ ਤੈਂ ਡਿੰਬ ਪਸਾਰਿਓ, ਡਿੰਬ ਹੁੰਦਾ ਪਖੰਡ, ਇਹ ਕੀ ਤੋਂ ਪਖੰਡ ਬਣਾਇਆ ਹੋਇਆ ਹੈ। ਦੇਖੋ ਬਜ਼ੁਰਗ ਨੇ, ਸਤਿਕਾਰਯੋਗ ਨੇ, ਕਿੰਨੀਆਂ ਸੰਗਤਾਂ ਗੁਰੂ ਕੀ ਸੰਗਤ ਕਿਸੇ ਦਾ ਨਰਾਦਰ ਹੋ ਜੇ ਨਾ ਤੇ ਉਹਦੇ ਲਾਗੇ ਦੋ ਚਾਰ ਉਹਦੇ ਸੰਗੀ ਸਾਥੀ ਖਲੋਤੇ ਹੋਣ ਤੇ ਜਿਹਦਾ ਨਰਾਦਰ ਹੋਇਆ ਹੋਵੇ ਉਹ ਨਰਾਦਰ ਕਰਨ ਵਾਲੇ ਦੇ ਗਲ ਪੈ ਜਾਂਦਾ ਹੈ ਤੇ ਉੱਥੇ ਡਾਂਗ ਸੋਟਾ ਚੱਲ ਜਾਂਦਾ ਹੈ ਤੇ ਕੋਰਟ ਕਚਹਿਰੀਆਂ ਤੱਕ ਗੱਲ ਚੱਲ ਜਾਂਦੀ ਹੈ। ਤੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੀ ਸੰਗਤ ਲਾਗੇ ਬੰਨੇ ਦੀ ਤੇ ਪਿੰਡਾਂ ਨਗਰਾਂ ਦੀ ਹੋਵੇਗੀ ਜਿਹਦੇ ਹੁੰਦਿਆਂ ਮਹਾਰਾਜ ਸਾਹਿਬ ਜੀ ਦਾ ਇਹ ਨਰਾਦਰ ਕੀਤਾ ਬਾਬਾ ਦਾਤੂ ਜੀ ਨੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਉਹਨੂੰ ਕਿੰਨੀ ਨਿਮਰਤਾ ਵਰਤੀ ਤੇ ਸਗੋਂ ਹੋਰ ਵੀ ਬਚਨ ਵਾਧੇ ਘਾਟੇ ਕੀਤੇ ਵੀ ਤੂੰ ਕੀ ਇਹ ਪਖੰਡ ਬਣਾਇਆ ਹੋਇਆ ਹੈ। ਗੁਰਤਾ ਗਾਦੀ ਹੈ ਹਮ ਪਾਹੀ, ਇਹ ਗੁਰਤਾ ਗੱਦੀ ਤੇ ਸਾਡੀ ਹੈ। ਤੈਂ ਬੰਨ੍ਹਦੀ ਸਿਰ ਪਾਗ ਸੋ ਨਾਹੀ, ਗੁਰਤਾ ਦੀ ਸਿਰ ਤੇ ਵੀ ਪੱਗ ਵੀ ਨਹੀਂ ਬੱਧੀ, ਉਹ ਵੀ ਸਾਡੇ ਕੋਲ ਹੈ। ਸਭ ਨੇ ਮੁਝ ਕੋ ਪਾਗ ਬੰਧਾਈ, ਉਹ ਵੀ ਅਸੀਂ ਬੱਧੀ ਹੋਈ ਹੈ, ਮੇਰੇ ਸਿਰ ਤੇ ਆਓ। ਤੈਂ ਕੈਸੇ ਕਰ ਆਪ ਪੁਜਾਈ, ਤੂੰ ਆਪਣੀ ਪੂਜਾ ਕਿਵੇਂ ਕਰਵਾ ਰਿਹਾ ਹੈ। ਗੁਰੂ ਪਇਓ ਤੂੰ ਆਪੇ ਆਪ, ਤੂੰ ਆਪਣੇ ਆਪ ਹੀ ਗੁਰੂ ਬਣਿਆ ਫਿਰਦਾ ਹੈ। ਹਮੇ ਦੇਖ ਲਾਗਤ ਸੰਤਾਪ, ਤਾਂ ਇਸ ਪ੍ਰਕਾਰ ਸੋ ਸਾਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਹੈ, ਬਹੁਤ ਦੁੱਖ ਹੋਇਆ ਸਾਨੂੰ ਇਹ ਵੇਖ ਕੇ ਤੁਹਾਡੇ ਗੁਰੂ ਬਣੇ ਹੋਣ ਦਾ। ਇਹ ਪਖੰਡ ਨਾ ਮੋਏ ਸੁਹਾਵੇ, ਇਹ ਪਖੰਡ ਮੈਨੂੰ ਨਹੀਂ ਚੰਗਾ ਲੱਗਦਾ। ਇੱਕ ਸੰਗਤ ਆਵੇ ਇੱਕ ਜਾਵੇ, ਇੱਕ ਸੰਗਤ ਤੁਹਾਡੇ ਕੋਲ ਆਉਂਦੀ ਹੈ, ਕੁਝ ਆਉਂਦੀ ਹੈ, ਕੋ ਤੁਰੇ ਜਾਂਦੇ ਨੇ। ਅਤ ਸੋਧੇ ਬੇਥੇ ਪਿਤਾ ਹਮਾਰੇ, ਬੜੇ ਸਿੱਧੇ ਸਾਧੇ ਸੀ ਸਾਡੇ ਪਿਤਾ ਜੀ ਤੇ ਬਹੁਤ ਸਿੱਧੇ ਸਾਧੇ ਸਨ। ਕਰੀ ਸੇਵਾ ਤਿਨ ਕੀ ਛਲ ਧਾਰੇ, ਤੁਸੀਂ ਦਿਲ ਵਿੱਚ ਕਪਟ ਧਾਰਨ ਕਰਕੇ ਉਹਨਾਂ ਦੀ ਸੇਵਾ ਕੀਤੀ ਸੀ। ਝੂਠ ਸਾਏ ਤਿਨ ਤੇ ਕਹਿਵਾਏ, ਸੋ ਝੂਠ ਸੱਚ ਉਹਨਾਂ ਪਾਸੋਂ ਕਹਾ ਕੇ ਬਨ ਬੈਠਿਓ ਗੁਰ ਗਰਭ ਵਡਾਏ, ਬੜਾ ਘਮੰਡ ਵਧਾ ਕੇ ਤੁਸੀਂ ਭਾਵ ਕਿ ਹੰਕਾਰ ਦੇ ਵਿੱਚ ਬੈਠੇ ਹੋਏ ਜੇ। ਤੇ ਮਹਾਰਾਜ ਸਾਹਿਬ ਜੀ ਨੇ ਤੇ ਪਹਿਲਾਂ ਹੀ ਬੇਨਤੀ ਕਰ ਦਿੱਤੀ, ਬਾਬਾ ਦਾਤੂ ਜੀ ਤੁਸੀਂ ਵੱਡੇ ਸਤਿਗੁਰਾਂ ਦੇ ਸਪੁੱਤਰ ਹੋ, ਤੁਸੀਂ ਦਾਸ ਤੇ ਬੜੀ ਕਿਰਪਾ ਕੀਤੀ ਹੈ, ਮੈਨੂੰ ਹੰਕਾਰ ਹੋਇਆ ਹੋਵੇਗਾ ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਇਸ ਥਾਲ ਤੇ ਉੱਠ ਕਰ ਚੱਲ ਜਾਈਏ, ਚਲੇ ਜਾਓ ਇੱਥੋਂ, ਇਸ ਗੋਇੰਦਵਾਲ ਸਾਹਿਬ ਚੋਂ, ਬੋਰ ਨਾ ਬੈਠੋ ਦੰਬ ਕਮਾਈਏ। ਫਿਰ ਦੁਬਾਰਾ ਬੈਠ ਕੇ ਇੱਥੇ ਨਹੀਂ ਤੁਸੀਂ ਪਖੰਡ ਨਹੀਂ ਕਮਾਉਣਾ। ਇਉਂ ਗੁਰੂ ਕੀ ਸੰਗਤ ਬਾਬਾ ਦਾਤੂ ਜੀ ਨੇ ਸਤਿਗੁਰਾਂ ਦੇ ਸੋ ਲੱਤ ਮਾਰੀ ਹੈ ਤੇ ਸਤਿਗੁਰਾਂ ਨੇ ਨਿਮਰਤਾ ਜਿਹੜੀ ਹੈ ਨਾ ਉਹ ਇਉਂ ਵਿਖਾਉਣੀ ਕੀਤੀ ਹੈ। ਗੁਰੂ ਕੀ ਸੰਗਤ ਭੁੱਲਾਂ ਦੀ ਖਿਮਾ ਕਰਨੀ, ਬੇਅੰਤ ਹੋਈਆਂ ਹੋਣਗੀਆਂ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਤੋਂ ਸਮਤ ਸੋਝੀ ਬਖਸ਼ਿਸ਼ ਕਰਨੀ। ਦਿਓ ਸੱਜਣ ਅਸੀਸ ਰੀ ਅੱਜ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।